ਗੋਗੀ ਬੱਟ ਤੇ ਤੀਫੀ ਬੱਟ ਇਹ ਨਾਂ ਬੜੇ ਮਸ਼ਹੂਰ ਸਨ ਲਾਹੌਰ 'ਚ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਕਿ ਬੜੇ ਮਸ਼ਹੂਰ ਨਾਂ ਸਨ। ਗੋਆਲ ਮੰਡੀ ਜਦੋਂ ਨਾਂ ਲਿੱਤਾ ਜਾਂਦਾ ਸੀ, ਅਸੀਂ ਜਦੋਂ ਵੀ ਸੁਣਦੇ ਸੀ ਤੀਫੀ ਬੱਟ ਤੇ ਗੋਗੀ ਬੱਟ ਦਾ ਨਾਂ ਲਿੱਤਾ ਜਾਂਦਾ ਸੀ। ਇਹ ਕਿਉਂ ਲਿੱਤਾ ਜਾਂਦਾ ਸੀ? ਨਹੀਂ ਕੀ ਸਰ, ਵਜ੍ਹਾ ਜਿਹੜਾ ਸੀ ਦੇਖੋ ਵਜ੍ਹਾ ਸ਼ੋਹਰਤ ਕੀ ਬਣੀ? ਨਹੀਂ ਵਜ੍ਹਾ ਸ਼ੋਹਰਤ ਤੇ ਸਾਡੀ ਦੇਖੋ ਸਮਾਜੀ ਵੀ ਸੀ, ਵਰਕਰ ਸਾਂ, ਇਹ ਸੀ ਤਾਜਰ ਸਾਂ, ਤਾਜਰਾਂ ਦੀ ਸੀ ਨੁਮਾਇੰਦਗੀ ਕਰਨੇ ਸਾਂ। ਮੈਂ ਵੀ ਬੜੇ ਸਾਲਾਂ ਦੀ ਗੱਲਾਂ ਨਾ, ਕੋਈ 25-30 ਸਾਲ ਪੁਰਾਣੀ ਗੱਲ ਮੈਂ ਸੁਣਾਉਣ ਲੱਗਾ। ਮੈਂ ਉਦੋਂ ਦਾ ਤਾਜਰ ਪ੍ਰਾਂਤਰ ਰੋਡ ਤੇ ਜੀ, ਬਦਰ ਸੈਂਟਰ ਵਾ ਰਮਾਨ ਗਲੀਆਂ ਦਾ ਮੈਂ ਚੇਅਰਮੈਨ। ਅੱਛਾ। ਖਵਾਜਾ ਗੁਲਸ਼ਨ ਸਾਹਿਬ ਸਾਨੂੰ ਨਾਨਕੇ ਦਾਦਕਿਆਂ ਦੇ ਵਿੱਚੋਂ ਨਾ, ਦਰਅਸਲ ਨਾ ਉਹ ਦੇਣ ਵਾਲੀ ਤੇ ਰੱਬ ਦੀ ਜ਼ਾਤ ਹੁੰਦੀ, ਸਾਨੂੰ ਚੁਦਰਾਹਟਾਂ ਸਾਡੀ ਝੋਲੀ 'ਚ ਪਈਆਂ। ਠੀਕ ਹੈ। ਮੇਰਾ ਗਵਾਲ ਮੰਡੀ ਜਿੱਥੇ ਮੇਰੀ ਰਿਹਾਇਸ਼ ਆ, ਉੱਥੇ ਸੀ 4 ਘਰ ਨੇ ਮੇਰੇ ਦਾਦਕਿਆਂ। ਠੀਕ ਹੈ। ਮੇਰਾ ਫਸਟ ਕਜ਼ਨ ਬਿਲਕੁਲ ਮੋਰੀ ਤੇ ਮੇਰੀ ਕੰਧ ਸਾਂਝੀ। ਠੀਕ ਹੈ। ਉਹ ਤੁਹਾਡੇ ਫਸਟ ਕਜ਼ਨ ਖਾਨ ਸਾਹਿਬ ਰੂਫ ਖਾਨ ਸਾਹਿਬ। ਠੀਕ ਹੈ। ਉਹ ਮੇਰਾ ਫਸਟ ਕਜ਼ਨ ਹੈ। ਠੀਕ ਹੈ। ਤੁਹਾਡੀ ਖਾਲਾ ਦੇ ਬੇਟੇ ਨੇ? ਜੀ ਨਹੀਂ, ਮੇਰੀ ਪੁੱਫੀ ਦੇ ਬੇਟੇ। ਪੁੱਫੀ ਦੇ ਇਹ ਮੇਰਾ ਦਾਦਕਿਆਂ ਦੀ ਮੈਂ ਹੁਣ ਤੁਹਾਨੂੰ ਆਪਣੀ ਗੱਲ ਸੁਣਾ। ਤੇ ਖਵਾਜਾ ਤਾਰੀਫ ਗੁਲਸ਼ਨ ਤੁਹਾਡੇ ਕੀ? ਉਹ ਮੇਰੇ ਨਾਨਕਿਆਂ ਵੱਲੋਂ। ਉਹ ਤੁਹਾਡੇ ਮਾਮੂ ਦੇ ਬੇਟੇ। ਠੀਕ ਹੈ। ਮੈਂ ਆਪਣੇ ਹੁਣ ਦਾਦਕਿਆਂ ਨਾਨਕਿਆਂ ਦੀ ਹਿਸਟਰੀ ਤੁਹਾਨੂੰ ਦੱਸਣਾ, ਜਿਹੜਾ ਤੁਸੀਂ ਕਹਿੰਦੇ ਹੋ ਕਿ ਜਿਸ ਤਰ੍ਹਾਂ ਅਸੀਂ ਕਿਸ ਤਰ੍ਹਾਂ ਹੋਏ ਜੀ, ਇਸ ਤਰ੍ਹਾਂ ਤੇ ਕਿਸ ਤਰ੍ਹਾਂ ਹੈਗੇ ਆ। ਇਹ ਤੀਫੀ ਬੱਟ ਤੇ ਗੋਗੀ ਬੱਟ ਕਿਸ ਤਰ੍ਹਾਂ? ਜੀ ਸਾਡੀ ਝੋਲੀ ਦੇ ਵਿੱਚ ਪਈਆਂ, ਇਸੀ ਉਹ ਸੰਭਾਲੀ, ਸਾਡੀ ਝੋਲੀ ਦੇ ਵਿੱਚ ਪਈਆਂ ਸਦਾਰਤਾਂ। ਪਹਿਲੇ ਮੇਰਾ ਕਜ਼ਨ ਸੀ ਫਸਟ, ਉਹ ਸੀ ਐਮਪੀਏ। ਅੱਛਾ, ਕੀ ਨਾਂ ਸੀ ਉਹਨਾਂ ਦਾ? ਰੌਫ ਸਾਹਿਬ। ਰੌਫ ਖਾਨ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਜੀ। ਠੀਕ ਹੈ। ਉਹ ਬਿਲਕੁਲ ਸਾਂਝੀ ਸਾਡੀ ਦੀਵਾਰ ਹੈ। ਠੀਕ ਹੈ। ਉਹ ਐਮਪੀਏ ਸੀ। ਠੀਕ ਹੈ ਨਾ। ਉਹ ਸਿਆਸਤ ਦੀ ਚੁਦਰਾਹਟ ਸਾਡੇ ਘਰ। ਪੀਪਲਸ ਪਾਰਟੀ ਦੇ ਸਨ ਇਹ ਜੀ। ਅੱਛਾ। ਮੈਂ ਅੱਜ ਤੱਕ ਜਿੰਨਾ ਵੀ ਦੁਨੀਆ ਦਾ ਲੀਡਰ ਹੈ ਨਾ, ਇਹ ਹਾਜ਼ਰ ਵੀ ਗੈਰ ਹਾਜ਼ਰ ਵੀ, ਮੈਂ ਸਾਰਿਆਂ ਨੂੰ ਆਪਣੇ ਘਰ ਦੇਖਿਆ, ਆਪਣੇ ਖਾਨਦਾਨ 'ਚ ਦੇਖਿਆ ਦਾਦ ਕੇ। ਠੀਕ ਹੈ ਜੀ, ਸਾਰਿਆਂ ਨੂੰ ਮੈਂ ਆਪਣੇ। ਜਦੋਂ ਫਸਟ ਟਾਈਮ ਮੈਂ ਤੁਹਾਨੂੰ ਇਹ ਦੱਸਣਾ ਜੀ, ਤੇ ਮੈਂ ਅਗਰ ਗਲਤ ਨਹੀਂ ਗਾ ਤੇ ਮੀਆਂ ਨਵਾਜ਼ ਸ਼ਰੀਫ ਨੇ ਉਸ ਜਗ੍ਹਾ ਦਾ ਨਾਂ ਵੀ ਤੁਹਾਡੇ ਵੱਡਿਆਂ ਦੇ ਨਾਂ ਜੀ ਮੈਂ ਜੀ ਇਸ ਤਰ੍ਹਾਂ ਹੀ ਹੈ। ਅੱਛਾ। ਮੀਆਂ ਨਵਾਜ਼ ਸ਼ਰੀਫ ਸਾਹਿਬ ਜਦੋਂ ਫਸਟ ਟਾਈਮ ਵਜ਼ੀਰ ਆਲਾ ਆਏ, ਅੱਛਾ, ਤੇ ਇਹਨਾਂ ਨੇ ਗਵਾਲ ਮੰਡੀ ਆ ਕੇ, ਗਵਾਲ ਮੰਡੀ ਜਿਸੇ ਸੀ ਬਾਅਦੋਂ ਫੂਡ ਸਟਰੀਟ ਬਣਾਈ, ਹਾਂ, ਇਹਨਾਂ ਨੇ ਉਹ ਸਟਰੀਟ ਦਾ ਨਾਂ ਰੱਖਿਆ ਸਾਡੇ ਵੱਡਿਆਂ ਦੇ ਨਾਂ ਤੋਂ। ਅੱਛਾ। ਫਸਟ ਟਾਈਮ ਮੀਆਂ ਨਵਾਜ਼ ਸ਼ਰੀਫ ਸਾਹਿਬ ਆਪ ਤਖਤੀ ਲਾ ਕੇ ਗਏ ਅੱਛਾ ਉੱਥੇ। ਠੀਕ ਹੈ। ਠੀਕ ਹੈ ਜੀ। ਮੈਂ ਅੱਜ ਤੱਕ ਜਿੰਨਾ ਵੀ ਸਿਆਸੀ ਬੰਦਾ ਦੇਖਿਆ ਨਾ, ਜਿਹੜੇ ਕੋਈ ਵੱਡੇ ਕੱਦ ਦੇ, ਉਹ ਮੈਂ ਆਪਣੇ ਘਰਾਂ 'ਚ ਦੇਖਿਆ। ਬੇਨਜ਼ੀਰ ਮੈਂ ਉੱਥੇ ਦੇਖੀ, ਨਵਾਜ਼ ਸ਼ਰੀਫ ਸਾਹਿਬ ਉੱਥੇ ਦੇਖੇ, ਸ਼ਹਿਬਾਜ਼ ਸ਼ਰੀਫ ਸਾਹਿਬ ਉੱਥੇ ਦੇਖੇ, ਇਮਰਾਨ ਖਾਨ ਇੱਕ ਦਫਾ ਆਉਂਦਾ ਫੂਡ ਸਟਰੀਟ 'ਚ, ਉੱਥੇ ਉਹ ਸਾਨੂੰ ਮਿਲਦਾ। ਪਰਵੇਜ਼ ਮੁਸ਼ਰਫ ਸਾਹਿਬ ਜਿਹਦੇ ਫਿਰ ਬਾਅਦ ਉਹ ਸਾਨੂੰ ਇਹਨਾਂ ਨੇ, ਉਹ ਵੀ ਉੱਥੇ ਆਏ, ਤਾਹਰੁਲ ਕਾਦਰੀ ਸਾਹਿਬ, ਇਹ ਜਿੰਨਾ ਵੀ ਹੋਰ ਅਜਾਦੁਲ ਹਾਕਮ ਆਈਓ, ਸਾਰੇ ਯਾਨੀ ਕਿ ਜਿੰਨਾ ਵੀ ਤੁਸੀਂ ਨਾਂ ਲੈ ਸਕਦੇ ਹੋ ਨਾ, ਉੱਥੇ ਆਏ ਤੁਹਾਡੇ। ਉਹ ਸਾਡੇ ਨਾਲ ਸੀ। ਮੇਰੀ ਮੁਲਾਕਾਤ, ਮੈਂ ਉਹਨਾਂ ਨੂੰ ਦੇਖਿਆ, ਜਾਂ ਮੇਰੇ ਵੱਡਿਆਂ ਨਾਲ ਮੁਲਾਕਾਤ ਕਰਦੇ ਹੋਏ, ਜਾਂ ਮੇਰੇ ਨਾਲ ਮੁਲਾਕਾਤ ਕਰਦੇ ਹੋਏ ਨਾ, ਠੀਕ ਹੈ, ਸਾਰਿਆਂ ਨੂੰ ਮੈਂ ਆਪਣੇ ਘਰ 'ਚ ਮਿਲਿਆ, ਮੈਂ ਸਾਰਿਆਂ ਨੂੰ ਦੇਖਿਆ। ਠੀਕ ਹੈ ਜੀ। ਉਹਨਾਂ ਨੇ ਸਾਨੂੰ ਐਸੀ ਇੱਜ਼ਤ ਸਾਡੇ ਦਾਦਕਿਆਂ ਵੱਲੋਂ ਸਾਡੀ ਝੋਲੀ 'ਚ ਪਈ। ਦੂਸਰੇ ਪਾਸੇ ਆ ਜਾਓ, ਮੇਰਾ ਨਾਨਕੇ ਖਵਾਜਾ ਅਜ਼ਰ ਗੁਲਸ਼ਨ ਸਾਹਿਬ ਸੀ, ਛੋਟੇ ਸਾਂ ਤੇ ਉਹ ਤਾਜਰ ਤਜ਼ੀਮ ਦੇ ਸਦਰ ਬਣ ਗਏ ਲਾਹੌਰ ਦੇ। ਖਵਾਜਾ ਅਜ਼ਰ ਗੁਲਸ਼ਨ ਵੱਡੇ ਭਾਈ ਨੇ ਖਵਾਜਾ ਤਾਰੀਫ ਗੁਲਸ਼ਨ ਤੀਫੀ ਬੱਟ ਜੀ ਸਰ, ਉਹ ਮੇਰੇ ਨਾਨਕਿਆਂ 'ਚੋਂ ਵੱਡੇ ਨੇ ਜੀ। ਠੀਕ ਹੈ। ਠੀਕ ਹੈ। ਇਸੀ ਉਹਨਾਂ ਨੂੰ ਬਾਪ ਦੀ ਦਰਜਾ ਦਿੰਦੇ ਆ, ਉਹ ਸਾਨੂੰ ਔਲਾਦ ਦਾ ਦਰਜਾ ਦਿੰਦੇ ਨੇ, ਉਹ ਸਾਡੇ ਨਾਨਕਿਆਂ 'ਚੋਂ ਵੱਡੇ। ਉਹ ਜਦੋਂ ਇਸੀ ਹੋਸ਼ ਸੰਭਾਲੀ ਹੈ ਤੇ ਉਹਨਾਂ ਦੇ ਵਾਲਿਦ ਸਾਹਿਬ ਵੀ ਸਦਰ ਸੀ, ਫਿਰ ਉਹ ਉਹਨਾਂ ਨੂੰ ਮਿਲ ਗਏ। ਤੁਹਾਡੇ ਨਾਨਾ ਯਾਨੀ ਕਿ? ਜੀ ਨਹੀਂ, ਮਾਮੂ। ਉਧਰ ਬਾਅਦ ਖਵਾਜਾ ਅਜ਼ਰ ਗੁਲਸ਼ਨ ਸਾਹਿਬ ਇਸੀ ਥੋੜੇ ਉੱਚੇ ਹੋਏ ਆ, ਤੇ ਉਹ ਸਦਰ ਉੱਥੋਂ ਦੇ, ਤੇ ਲਾਹੌਰ ਤਜ਼ੀਮ ਤਾਜਰਾਂ ਬੜੀ, ਲਾਹੌਰ ਦੇ ਵੀ ਸਦਰ। ਠੀਕ ਹੈ। ਸ਼ੁਰੂ ਤੋਂ ਹੀ। ਠੀਕ ਹੈ। ਸਟਿਲ ਹਾਲੇ ਤੱਕ ਚੱਲਦੇ। ਖਵਾਜਾ ਤਾਰੀਫ ਗੁਲਸ਼ਨ? ਨਹੀਂ, ਖਵਾਜਾ ਅਜ਼ਰ ਗੁਲਸ਼ਨ। ਤਾਰੀਫ ਗੁਲਸ਼ਨ ਸਾਹਿਬ ਵੀ ਤੇ ਸਦਰ ਰਹੇ ਨੇ ਕਿਸੇ? ਜੀ, ਉਹ ਹਾਲੀ ਵੀ ਸਟਿਲ ਲਗੇ, ਉਹ ਸਾਲ ਹੋ ਗਏ ਨੇ, ਉਹਨਾਂ ਨੂੰ 30-35 ਸਾਲ ਹੋ ਗਏ ਨੇ। ਉਹ ਅਕਬਰੀ ਮੰਡੀ ਦੇ ਚੇਅਰਮੈਨ। ਠੀਕ ਹੈ। ਉਹ ਰੋਡ ਤੇ। ਠੀਕ ਹੈ। ਲੇਕਿਨ ਖਵਾਜਾ ਕੌਮੀ ਤਾਜਰ ਇਤਿਹਾਦ ਵਿੱਚ ਵੀ ਗਏ ਸਨ ਜੀ। ਕੌਮੀ ਤਾਜਰ ਇਤਿਹਾਦ ਫਿਰ ਬਾਅਦੋਂ ਬਣੀ, ਅੱਛਾ। ਇਹ ਤਜ਼ੀਮ ਤਾਜਰਾਂ ਦਾ ਪਹਿਲੇ ਸੀ ਨਾਂ, ਫਿਰ ਇਹਦਾ ਨਾਂ ਅਸੀਂ ਬਦਲ ਕੇ ਰੱਖਿਆ ਕੌਮੀ ਤਾਜਰ ਇਤਿਹਾਦ। ਫਿਰ ਉਹ ਰਿਵਿਊ ਸਦਰ ਹੋਏ ਖਵਾਜਾ ਅਜ਼ਰ ਗੁਲਸ਼ਨ ਸਾਹਿਬ। ਠੀਕ ਹੈ। ਤੇ ਉਹ ਇਸੀ ਬਚਪਨ ਤੋਂ ਹੀ ਨੁਮਾਇੰਦਗੀ ਕਰਨੇ ਪਿਆ ਤਾਜਰਾਂ ਦੀ। ਠੀਕ ਹੈ। ਠੀਕ ਹੈ ਜੀ। ਠੀਕ ਹੈ। ਨਵਾਜ਼ ਸ਼ਰੀਫ ਸਾਹਿਬ ਵੀ ਆਏ, ਉੱਥੇ ਸਾਡੇ ਲਾ ਕੇ ਗਏ ਬੈਨ। ਮੈਂ ਵੀ ਉੱਥੇ ਹੋਸ਼ ਸੰਭਾਲੀ ਤੇ ਮੈਂ ਵੀ ਬਣ ਗਿਆ। ਸਾਡੀਆਂ ਦੁਕਾਨਾਂ ਸਾਰੀਆਂ ਨਾਨਕਿਆਂ ਦੀਆਂ ਨਾ ਇਕੱਠੀਆਂ, ਜਿਸ 'ਚ ਸਾਡੇ ਬਨੋਈ, ਜਿਹੜਾ ਅੱਲਾ ਪਾਕ ਉਹਨਾਂ ਜੰਨਤ ਫਿਰਦੌਸ ਜਗ੍ਹਾ ਦੇ ਵਿੱਚ ਜਵੇਦ ਸਾਹਿਬ, ਜਿਹੜਾ ਇਹਨਾਂ ਨੇ ਮਰਡਰ ਕਰ ਦਿੱਤਾ ਉਹਨਾਂ ਦੀ ਵੀ ਉੱਥੇ ਸ਼ੌਪ ਸੀ। ਇਸੀ ਉਹ ਸਾਰੇ ਇਕੱਠੇ ਹੀ ਸਮਝੋ ਜਵਾਨ ਹੋਏ ਆ, ਕੋਈ ਵੱਡਾ ਹੈ, ਕੋਈ 10 ਸਾਲ, ਕੋਈ 5 ਸਾਲ ਵੱਡਾ ਹੈ, ਕੋਈ ਛੋਟਾ ਹੈ, ਇਸੀ ਸਾਰੇ ਆਪਣੀ ਸ਼ੌਪ 'ਚ ਸਾਰੇ ਬਹਿਨੇ ਸਨ। ਉਹਰੇ ਵੀ ਸਰ ਮਨ ਉਹ ਮਿਲ ਗਈਆਂ, ਉਧਰੋਂ ਚੁਦਰਾਹਟਾਂ ਨਾਨਕੇ ਉਧਰੋਂ ਮਿਲ ਗਈਆਂ, ਇੱਧਰੋਂ ਮਿਲ ਗਈਆਂ। ਮੇਰਾ ਛੋਟਾ ਭਾਈ ਇਹੋ ਇਲਾਕੇ ਦੇ ਵਿੱਚ ਖਵਾਜਾ ਰਹੀਲ ਜੀ, ਉਹ ਦੋ ਦਫਾ ਨਾਜ਼ਮ ਆਜ਼ਾਦ ਹੋਇਆ, ਇਹੋ ਹੀ ਮੇਰੇ ਗਵਾਲ ਮੰਡੀ ਹਲਕੇ 'ਚ।
ਠੀਕ ਹੈ, ਖਵਾਜਾ ਰਾਈ। ਜੀ। ਫਿਰ ਉਹ ਇੱਕ ਦਫਾ MPA ਖਲੋਤਾ, ਸਾਹਮਣੇ ਸੀ ਖਵਾਜਾ ਸਾਦ ਰਫੀਕ ਸਾਹਿਬ ਤੇ ਜੰਗੀਰ ਬਦਰ ਸਾਹਿਬ। ਠੀਕ ਹੈ। ਜੰਗੀਰ ਬਦਰ ਸਾਹਿਬ ਨਾਲ ਵੀ ਸਾਡਾ ਬੜਾ ਪਿਆਰਾ ਖਵਾਇਆ, ਸਾਦ ਸਾਹਿਬ ਨਾਲ ਵੀ, ਲੇਕਿਨ ਇਸੀ ਉਹ 'ਚ ਖਲੋ ਗਏ। ਇਸੀ ਤੇ ਸਾਡੇ ਤੇ ਜੰਗੀਰ ਬਦਰ ਸਾਹਿਬ ਦੇ ਇਕੁਅਲ, ਯਾਨੀ ਕੁਝ ਵੋਟ ਹੈਗੇ ਸੀ ਤਕਰੀਬਨ, ਔਰ ਤੋਂ ਵੀ ਸੀ 200-300 ਜਿੱਤੇ ਸਾਰੇ ਕੋਲੋਂ। ਸੈਕਿੰਡ ਫਿਰ ਇਸੀ ਆ ਗਏ, ਫਸਟ ਆ ਜਾਂਦੀ ਹੈ ਨੂਨ ਦੇ ਵਿੱਚ ਖਵਾਜਾ ਸਾਦ ਰਫੀਕ ਸਾਹਿਬ, ਉਹਨਾਂ ਕੋਲ ਸੀ ਮੇਰਾ ਖਿਆਲ ਕੋਈ 3,000 ਦੀ ਲੀਡ ਤੋਂ ਸਾਡੇ ਕੋਲ ਜਿੱਤੇ। ਠੀਕ ਹੈ। ਉਹ ਮੇਰੇ ਭਾਈ ਨੇ ਉੱਥੇ ਇਲੈਕਸ਼ਨ ਵੀ ਲੜਿਆ। ਉਹ ਇਹ ਚੀਜ਼ਾਂ ਜਿਹੜੀਆਂ ਨਾ, ਸਾਡੇ ਘਰ ਲੋਕੀ ਆਉਂਦੇ ਨੇ, ਸਾਡੇ ਘਰ ਸਮਾਜੀ ਕੰਮ ਹੁੰਦੇ ਨੇ, ਜਿਹਦੇ ਵਿੱਚ ਮੈਂ ਵੀ, ਮੇਰਾ ਇਲਾਕੇ 'ਚ ਬੜਾ ਪਿਆਰ ਮੁਹੱਬਤ ਹੈ। ਇਸੀ ਇਸ ਸੈਂਸ ਨਾਲ, ਇਹ ਚੀਜ਼ ਨਾਲ ਅਸੀਂ ਪਛਾਣੇ ਜਾਂਦੇ ਸੀ। ਯਾਨੀ ਕਿ ਤੀਫੀ ਭੱਟ ਸਾਹਿਬ ਦਾ ਤੇ ਗੋਗੀ ਭੱਟ ਸਾਹਿਬ ਦਾ ਜਿਹੜਾ ਨਾਂ ਹੈ ਉਹ ਇਸ ਵਜ੍ਹਾ ਤੋਂ ਫੇਮਸ ਹੈਗਾ ਸੀ ਕਿ ਉਹ ਇਲਾਕੇ ਦੇ ਵਿੱਚ ਅਸਰ ਰਸੂਖ ਰੱਖਦੇ ਸੀ। ਜੀ ਬਿਲਕੁਲ, ਸਮਾਜੀ ਕਾਰਕੁਨ ਸੀ ਭੱਟ ਸਾਹਿਬ। ਕਿਉਂਕਿ ਮੈਂ ਥੋੜਾ ਜਿਹਾ ਪੜ੍ਹਿਆ ਇਹ ਚੀਜ਼ਾਂ ਨੂੰ ਦੇਖਿਆ ਤੇ ਇਹੀ ਪਤਾ ਚੱਲਿਆ ਕਿ ਤੁਹਾਡੀ ਤੇ ਜਿਹੜੀ ਲਾਹੌਰ ਸ਼ਹਿਰ ਦੀ ਸਭ ਤੋਂ ਵੱਡੀ ਦੁਸ਼ਮਣੀ ਇਹੀ ਨਜ਼ਰ ਆਉਂਦੀ ਹੈ, ਜਿਹੜੀ ਮੌਜੂਦਾ ਵੀ ਹੈ। ਤੁਹਾਡੀ ਤੇ ਅੱਡੇ ਵਾਲਿਆਂ ਦੀ ਜਿਹੜੀ ਦੁਸ਼ਮਣੀ ਸੀ ਉਹ ਸਿਰਫ ਚੌਧਰਾਹਟ ਦੀ ਸੀ, ਇਹ ਗੱਲ ਸੱਚ? ਸਰ ਨਹੀਂ, ਹੁਣ ਚੌਧਰਾਹਟ ਨਹੀਂ ਕਹੋਗੇ, ਹੁਣ ਮੈਂ ਚੌਧਰਾਹਟ ਨਹੀਂ ਕਹਾਂਗਾ, ਸਾਡੇ ਵੱਲੋਂ ਤਾਂ ਕੋਈ ਚੌਧਰਾਹਟ ਨਹੀਂ, ਸਾਨੂੰ ਤੇ ਅੱਲਾ ਨੇ ਦਿੱਤੀ ਹੋਈ ਸੀ। ਉਹਨਾਂ ਕੋਲ ਕੀ ਸੀ ਏਰੀਆ ਦੀ ਜੰਗ ਸੀ, ਜੈਲਸ ਪੰਸ। ਇਹ ਮੈਂ ਜਿਹੜੇ ਲਫ਼ਜ਼ ਇਸਤੇਮਾਲ ਕਰ ਰਿਹਾ ਨਾ, ਇਹ ਟਰਫ ਵਾਰ ਕਿਹਾ ਜਾਂਦਾ ਹੈ। DIG ਸਨ ਇਮਰਾਨ ਕਿਸ਼ਵਰ ਸਾਹਿਬ, ਮੈਂ ਉਹਨਾਂ ਦਾ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਟਰਫ ਵਾਰ ਸੀ ਕਿ ਮੇਰੀ ਟਰਫ ਹੈ, ਤੇਰੀ ਟਰਫ ਹੈ, ਤੂੰ ਆਪਣੀ ਜਗ੍ਹਾ ਤੇ, ਮੈਂ ਆਪਣੀ ਜਗ੍ਹਾ ਤੇ, ਇਸ ਕਰਕੇ ਇਹਨਾਂ ਦੀ ਇਹ ਦੁਸ਼ਮਣੀ ਸ਼ੁਰੂ ਹੋਈ। ਇਹ ਦੁਸ਼ਮਣੀ ਸ਼ੁਰੂ ਕਿਸ ਤਰ੍ਹਾਂ ਹੋਈ? ਨਹੀਂ ਸਰ, ਇਹ ਜੈਲਸ ਵਨ ਇੱਕ ਤੁਸੀਂ ਕਹੋਗੇ, ਜੈਲਸੀ ਹੋ ਸਕਦੀ ਹੈ। ਇਸੀ ਤੇ ਉੱਚੇ ਹੋਏ ਆ ਤੇ ਸਾਨੂੰ ਚੀਜ਼ਾਂ ਮਿਲਦੀਆਂ। ਠੀਕ ਹੈ, ਠੀਕ ਹੈ ਨਾ, ਜਿਸ ਤਰ੍ਹਾਂ ਮੈਂ ਦੱਸਿਆ, ਠੀਕ ਹੈ, ਅੱਜ ਤੋਂ ਮੇਰਾ 40 ਸਾਲ ਪੁਰਾਣੀ ਗੱਲ ਹੋਏਗੀ ਜਦੋਂ ਨਵਾਜ਼ ਸ਼ਰੀਫ ਸਾਹਿਬ ਫਸਟ ਟਾਈਮ ਆਏ। ਇੰਨੀ ਕੀ ਹੋਏਗੀ, ਜਾਂ 35 ਸਾਲ ਹੋ ਗਏ। ਉਦੋਂ ਆ ਕੇ ਸਾਡੇ ਘਰ ਉਹ ਤਖਤੀ ਲਾ ਕੇ ਗਏ। ਉਹ ਹੁਣ ਅੱਡਿਆਂ ਵਾਲੇ ਪਾਸੇ ਜਾਂਦੇ ਤੇ ਕੀ ਲਾਉਂਦੇ ਕਿ ਨਜਾਇਜ਼ ਫਰੋਸ਼ ਨੇ। ਉਹਨਾਂ ਦੇ ਵੱਡਿਆਂ ਦੀ ਅਗਰ ਤਖਤੀ ਲੱਗਦੀ ਤੇ ਕੀ ਲੱਗਦੀ, ਇਹ ਬਲੈਕੀਅਨ, ਇਹ ਨਜਾਇਜ਼ ਫਰੋਸ਼ ਨੇ, ਇਹ 2 ਨੰਬਰ, ਉਹ ਤੇ ਨਹੀਂ ਲੱਗਦੇ। ਤਖਤੀਆਂ ਕਿਹਨਾਂ ਦੀਆਂ ਲੱਗਦੀਆਂ? ਇੱਕ ਸੀ ਜੈਲਸਪਨ ਇਹਨਾਂ ਦਾ, ਹਰ ਇੱਜ਼ਤਦਾਰ ਆਦਮੀ ਦੇ ਨਾਲ ਲੜਾਈ ਹੈ ਇਹਨਾਂ ਦੀ ਲੜਾਈ ਹੈ, ਇਸ ਕਰਕੇ ਕਿ ਇੱਜ਼ਤ ਨਾਂ ਦੀ ਚੀਜ਼ ਇਹਨਾਂ ਦੇ ਕੋਲੋਂ ਕਦੀ ਲੰਘੀ ਨਹੀਂ। ਭੱਟ ਸਾਹਿਬ, ਇਹ ਜਿਹੜੇ ਸਨ ਇਹ ਉੱਥੇ ਸ਼ਾਲਮੀ ਦੇ ਵਿੱਚ ਕਾਫੀ ਅਰਸੇ ਤੋਂ ਆਬਾਦ ਸਨ। ਇਹਨਾਂ ਦੇ ਪਰਦਾਦਾ ਜਿਨ੍ਹਾਂ ਦਾ ਵੀ, ਉਹਨਾਂ ਦਾ ਵੀ ਕਤਲ ਹੋਇਆ, ਫਿਰ ਇਹਨਾਂ ਦਾਦਾ ਦਾ ਵੀ ਕਤਲ ਹੋਇਆ, ਫਿਰ ਇਹਨਾਂ ਦੇ ਬੇਟੇ ਦਾ ਵੀ ਕਤਲ ਹੋਇਆ, ਫਿਰ ਬੇਟੇ ਦੇ ਬੇਟੇ ਦਾ ਵੀ ਕਤਲ ਹੋਇਆ। ਇਹ ਕਾਫੀ ਅਰਸੇ ਤੋਂ ਉੱਥੇ ਮੌਜੂਦ ਸਨ। ਸਰ ਉਹ 'ਚ ਮੈਂ ਇਹ ਗੁਜ਼ਾਰਿਸ਼ ਕਰਨਾ, ਦੇਖੋ ਇਹੋ ਹੀ ਤਾਂ ਮਿਸਗਾਈਡ ਕਰ ਰਹੇ ਨੇ ਸਾਰੀ ਦੁਨੀਆ। ਨਹੀਂ, ਇਹ ਉੱਥੇ ਮੌਜੂਦ ਸਨ ਕਿ ਨਹੀਂ ਮੌਜੂਦ ਸਨ? ਜੀ ਸਰ, ਪੁਰਾਣੇ ਰਹਿਣ ਵਾਲੇ ਨੇ, ਪੁਰਾਣੇ ਰਹਿੰਦੇ ਨੇ ਸ਼ਹਿਰ ਦੇ, ਪੁਰਾਣੇ ਨੇ ਉੱਥੋਂ ਦੇ ਰਹਿਣ ਵਾਲੇ। ਇਸੀ ਇੱਧਰ ਰਹਿਣ ਵਾਲੇ ਆ, ਉਧਰ ਰਹਿਣ ਵਾਲੇ 2 4 8 ਕਰੀਬ ਹੀ ਹੋ ਤੁਸੀਂ, 8 ਗਲੀਆਂ 10 ਗਲੀਆਂ ਲਾ ਲਓ, ਬਾਂਸਾਂ ਵਾਲੇ ਬਾਜ਼ਾਰ ਦਾ ਫਰਕ। ਹਾਂ ਬਸ ਇੱਕ ਲਾ ਲਓ ਥੋੜਾ। ਹਾਂ, ਉਹਦੇ ਵਿੱਚ ਸਰ ਗੁਜ਼ਾਰਿਸ਼ ਹੈਗੀ ਹੈ, ਇਹ ਦੇਖੋ ਨਾ, ਇਹੋ ਚੀਜ਼ ਹੈ, ਗਲਤ ਕਰਕੇ ਨਾ ਹਮਦਰਦੀ ਲੋਕਾਂ ਕੋਲ ਲੈ ਰਹੇ, ਝੂਠੀ ਲੈ ਰਹੇ, ਮਾਸੂਮ ਬਣੇ ਨੇ, ਇਹ ਗਲਤ ਬਿਆਨੀ ਕਰ ਰਹੇ। ਇਹਨਾਂ ਦੇ ਦਾਦੇ ਨੂੰ ਮਰਡਰ ਹੋਏ ਕਿੰਨੀ ਕੁ ਦੇਰ ਹੋ ਗਈ ਹੋਣੀ? ਮੇਰੇ ਖਿਆਲ ਨਾਲ ਕਾਫੀ ਸਾਲ ਹੋ ਗਏ ਨੇ, 2000 ਤੋਂ ਪਹਿਲੇ ਦੀ ਗੱਲ ਹੈ। ਨਹੀਂ, 15 ਸਾਲ ਹੋ ਗਏ ਹੋਣਗੇ। ਠੀਕ ਹੈ, ਇੰਨੇ ਕੀ ਹੋ ਗਏ ਹੋਣਗੇ, ਜਾਂ 16-17 ਸਾਲ ਹੋ ਗਏ ਹੋਣਗੇ। ਇਹ ਸਾਰੇ ਦੇਖੋ, ਹੁਣ ਇਹ ਸਾਰਾ ਮੀਡੀਆ ਕਹਿ ਰਿਹਾ, ਲੋਕੀ ਕਹਿ ਰਹੇ 32 ਸਾਲ ਪੁਰਾਣੀ ਦੁਸ਼ਮਣੀ। ਕਾਹਦੀ ਦੁਸ਼ਮਣੀ? ਇਹੋ ਹੀ ਗਲਤ ਕਹਿ ਰਹੇ ਨੇ ਨਾ। ਹੁਣ ਇਹਦਾ ਪਰਦਾਦਾ ਕਤਲ ਹੁੰਦਾ, ਸਾਡਾ ਤਲਕ ਨਹੀਂ ਹੁੰਦਾ। ਠੀਕ ਹੈ। ਜਾਂ ਇੱਕ ਮੈਂ ਮਸਦ ਦਾ ਬਿਆਨ ਪੜ੍ਹਨਾ ਪੈਸਾ ਕਿ 3 ਦਹਾਈ ਹੈ ਹਮਾਰੀ, ਉਹ 3 ਦੀ ਚੌਥੀ ਵੀ ਪਾ ਲਿਆ, ਪਰਦਾਦਾ ਵੀ ਪਾ ਦੇ ਸਾਡੇ ਨਾਂ, ਉਹਨੂੰ ਕੱਲੇ ਪਰਾਂ ਰੱਖਿਆ ਹੀ, ਉਹ ਵੀ ਸਾਡੇ ਨਾਂ ਪਾ ਦੇ, ਉਹ ਵੀ ਤਾਂ ਕਤਲ ਹੋਇਆ। ਹੁਣ ਦੇਖੋ ਇਹਦਾ ਪਰਦਾਦਾ ਕਤਲ ਹੁੰਦਾ, ਸਾਡੇ ਫਰਿਸ਼ਤਿਆਂ ਨੂੰ ਕਿਸੇ ਨੇ ਪਤਾ ਸਾਡੇ, ਉਹ ਤਾਂ ਸਾਡੇ ਜੰਮਣ ਤੋਂ ਪਹਿਲੇ ਤਾਂ ਕੋਈ ਮਰਿਆ ਪਿਆ ਜੇ ਵਿਚਾਰਾ, ਜਿਸ ਤਰ੍ਹਾਂ ਵੀ ਮਰ ਗਿਆ ਦੁਨੀਆ ਤੋਂ, ਗੱਲ ਉਹਨੂੰ ਜੰਨਤ ਜਗ੍ਹਾ ਦੇਵੇ। ਦੂਸਰਾ ਸਰ ਇਹਦਾ ਦਾਦਾ ਨੂੰ ਸਾਰੀ ਦੁਨੀਆ ਨੂੰ ਪਤਾ ਕੌਣ ਮਾਰਦਾ, ਨੀਫਾ ਬਾਬਾ, ਸਾਡਾ ਤਲਕ ਹੀ ਨਹੀਂ। ਠੀਕ ਹੈ, ਉਹ ਇੱਕ ਹੋਰ ਲੜਾਈ ਸੀ। ਇਹ 32 ਸਾਲਾ ਜਿਹੜੀ ਦੁਸ਼ਮਣੀ ਨੂੰ ਕਿਹਾ ਜਾਂਦਾ ਹੈ, ਐਵੇਂ ਝੂਠ ਫੈਲਾਇਆ ਜਾਂਦਾ। ਉਹਦੇ ਵਿੱਚ ਕਿਸੇ ਨੇ ਇਹ ਗੱਲ ਕੋਟ ਕੀਤੀ ਕਿ ਜਿਹੜਾ ਨੀਫਾ ਬਾਬਾ ਉਹ ਸੀ, ਉਹਨਾਂ ਨੂੰ ਤੀਫੀ ਭੱਟ ਸਾਹਿਬ ਸਪੋਰਟ ਕਰ ਰਹੇ ਸਨ, ਗੱਡੀ ਦਿੱਤੀ, ਕਲਾਸ਼ਨਕੋਫ ਦਿੱਤੀ, ਇਸ ਤਰ੍ਹਾਂ ਦੀ ਚੀਜ਼ ਹੋਈ ਸੀ। ਜੀ ਮੈਂ ਉਹਦੇ 'ਚ ਉਸ ਗੱਲ ਦਾ ਤੇ ਮੈਨੂੰ ਇਲਮ ਹੈ, ਮੈਂ ਤੁਹਾਨੂੰ ਦੱਸ ਸਕਦਾ, ਜਿਹੜੀ ਇਹਨਾਂ ਦੇ ਦਾਦਾ ਦਾ ਕਤਲ ਹੋਇਆ ਸੀ। ਸੁਣ ਲਓ ਨਾ ਜੀ, ਉਹ ਵੀ ਦੇਖੋ ਤੁਸੀਂ ਇੱਕ ਫੇਕ ਕਹਾਣੀ ਬਣਾਈ ਗਈ। ਹੁਣ ਕਿਸ ਤਰ੍ਹਾਂ ਸੱਚ ਬੋਲਣ ਆਵਾਮ ਅੱਗੇ, ਬੋਲਣ ਤੇ ਫਿਰ ਸੱਚ ਆਉਂਦਾ ਬਾਹਰ, ਸੱਚ ਆਉਂਦਾ ਜਿਹੜਾ ਇਹਨਾਂ ਦੇ ਕੋਲੋਂ ਨਹੀਂ ਲੰਘਿਆ ਕਿ ਸੱਚ ਵੀ ਬੋਲਣਾ। ਇਹਨਾਂ ਤੇ ਤਰਬੀਅਤ ਹੀ ਨਹੀਂ ਗਈ ਸੱਚ ਦੀ ਕਿਸੇ ਨੂੰ ਵੀ। ਤੁਸੀਂ ਦੇਖੋ ਕਿ ਬਿੱਲੇ ਦੀ ਦੁਸ਼ਮਣੀ ਕਿੰਨਾ ਨੀਫੇ ਬਾਬੇ ਨਾਲ, ਨੀਫੇ ਬਾਬਾ ਕੌਣ ਹੈ ਅਸੀਂ ਨਹੀਂ ਜਾਣਦੇ। ਠੀਕ ਹੈ, ਵੀ ਨੀਫਾ ਬਾਬਾ ਇਹਨਾਂ ਦਾ ਤਲਕ, ਸਾਡਾ ਤਲਕ ਹੈ ਸਮਾਜੀ, ਸਾਡਾ ਤਲਕ ਨਹੀਂ ਹੈ ਪਹਿਲਵਾਨੀ। ਇਹ ਬਦਮਾਸ਼ੀ, ਕਤਲ ਕਰਨਾ, ਕਤਲ ਹੋਣਾ ਇਹਨਾਂ ਦਾ ਸ਼ੇਵਾ ਸੀ, ਇਹਨਾਂ ਦੇ ਖਾਨਦਾਨ ਦੀ ਰੀਤ ਸੀ। ਸਾਡੇ ਖਾਨਦਾਨ ਦੀ ਸੀ ਕਿ ਇਹ ਤਾਜਰਾਂ ਦਾ ਮਸਲਾ ਹੈ, ਇਹ ਸਾਡੀ ਆਵਾਮ ਦਾ ਮਸਲਾ ਹੈ,
ਇਹ ਸਾਡੇ ਗਲੀ ਮਹੱਲੇ ਦਾ ਮਸਲਾ ਸੀ, ਉਹਦੇ ਵਿੱਚ ਅੱਗੇ ਪਿੱਛੇ ਹੋਣਾ ਸੀ।